ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਚੌਥਾ। ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੋਰਠ ਰਾਗ ਦੇ ਅੰਦਰ ਅੱਜ ਦੇ ਪਾਵਨ ਮੁੱਖ ਵਾਕ ਜੋ ਅੰਮ੍ਰਿਤ ਵੇਲੇ ਪ੍ਰਕਾਸ਼ ਦੇ ਸਮੇਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ ਹਨ। ਆਪੇ ਕੰਡਾ ਆਪ ਤਰਾਜੀ ਪ੍ਰਭ ਆਪੇ ਤੋਲ ਤੋਲਾਇਆ। ਸਤਿਗੁਰੂ ਮਹਾਰਾਜ ਉਦਾਹਰਨ ਤੌਰ ਤੇ ਇੱਕ ਕੰਡੇ ਦੀ ਉਦਾਹਰਨ ਲੈਂਦੇ ਹਨ। ਚੌਥੇ ਪਾਤਸ਼ਾਹ ਆਪੇ ਕੰਡਾ, ਆਪ ਹੀ ਉਹ ਕੰਡਾ ਹੈ ਪ੍ਰਮਾਤਮਾ। ਆਪ ਤਰਾਜੀ, ਆਪੇ ਹੀ ਜਿਹੜੇ ਵੱਟੇ ਹਨ ਉਹ ਵੀ ਹੈ। ਆਪੇ ਤੋਲ ਤੋਲਾਇਆ, ਤੇ ਆਪ ਹੀ ਤੋਲਣ ਵਾਲਾ ਆਪ ਹੀ ਪਰਮਾਤਮਾ ਹੈ। ਆਪੇ ਛਾਓ ਆਪੇ ਵਣਜਾਰਾ, ਆਪੇ ਵਣਜ ਕਰਾਇਆ। ਆਪੇ ਹੀ ਪ੍ਰਭੂ ਪਰਮਾਤਮਾ ਵਪਾਰੀ ਹੈ। ਛਾਓ, ਛਾਓ ਹੁੰਦਾ ਹੈ ਵਣਜ ਕਰਨ ਵਾਲੇ ਵਪਾਰੀ।
आप ही वणजारा है, आपे वणज कराया। जो ਵਪਾਰ ਹੈ ਉਹ ਵੀ ਪਰਮਾਤਮਾ ਹੀ ਕਰਾ ਰਿਹਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਪਰਮਾਤਮਾ ਤੋਂ ਇਲਾਵਾ ਕੋਈ ਹੋਰ ਕਿਸੇ ਦੀ ਸੱਤਾ ਨਹੀਂ ਵਰਤ ਰਹੀ। ਸਭ ਕੁਝ ਆਪੇ ਆਪ ਹੈ। ਆਪੇ ਧਰਤੀ ਸਾਜੀਨ ਪਿਆਰਾ, ਪਿੱਛੇ ਟੰਕ ਚੜਾਇਆ। ਧਰਤੀ ਨੂੰ ਸਾਜਣ ਵਾਲਾ ਵੀ ਪਰਮਾਤਮਾ ਹੀ ਹੈ। ਉਹੀ ਹੈ ਜੋ ਪਿੱਛੇ ਪਰਮਾਤਮਾ ਹੀ ਆਪਣੀ ਕਿਰਪਾ ਨਾਲ ਇਹ ਸਾਰੇ ਜੀ ਜੰਤੂ, ਧਰਤੀ ਜੋ ਆਪ ਜੀ ਨੂੰ ਨਜ਼ਰ ਆ ਰਹੀ ਹੈ, ਇਹ ਪਰਮਾਤਮਾ ਦੀ ਰਚਾਈ ਹੋਈ ਰਚਨਾ ਹੈ। ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ। ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ। ਵਾਹਿਗੁਰੂ। ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ। ਹੇ ਮੇਰੇ ਮਨ, ਹਰੀ ਦਾ ਸਿਮਰਨ ਕਰਿਆ ਕਰ। ਜੇ ਸਾਰੇ ਸੁੱਖਾਂ ਨੂੰ ਪਾਉਂਦਾ ਹੈ, ਜੇ ਸਾਰੇ ਸੁੱਖ ਚਾਹੁੰਦਾ ਹੈ, ਤੇ ਮਨ ਵਿੱਚ ਹਰੀ ਦਾ ਨਾਮ ਹੋਵੇ ਤੇਰੇ। ਹਰ ਹਰ ਨਾਮ ਨਿਦਾਨ ਹੈ ਪਿਆਰਾ, ਗੁਰ ਪੂਰਾ ਮਿੱਠਾ ਲਾਇਆ। ਜਿਹੜੀ ਹਰੀ ਦਾ ਨਾਮ ਹੈ ਨਾ, ਇਹ ਸਭ ਤੋਂ ਉੱਤਮ ਹੈ। ਸਭ ਤੋਂ ਉੱਤਮ ਗੱਲ ਹੀ ਨਾਮ ਜਪਣਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰ ਪੂਰਾ ਮਿੱਠਾ ਲਾਇਆ। ਉਸ ਗੁਰੂ ਨੇ ਹੀ ਇਸ ਨਾਮ ਨੂੰ ਸਾਨੂੰ ਪਿਆਰਾ ਤੇ ਰਸ ਭਿੰਨਾ ਮਿੱਠਾ ਲਾਇਆ ਹੈ। ਰਹਾਉ ਆਪੇ ਧਰਤੀ ਆਪ ਜਲ ਪਿਆਰਾ, ਆਪੇ ਕਰੇ ਕਰਾਇਆ। ਧਰਤੀ ਵੀ ਆਪ ਪਰਮਾਤਮਾ ਹੈ, ਤੇ ਜਲ ਵੀ, ਜਿਹੜਾ ਜਲ ਹੈ ਧਰਤੀ ਤੇ ਆਪ ਜੀ ਨੂੰ ਪਤਾ ਹੈ ਧਰਤੀ ਥੋੜੀ ਹੈ ਤੇ ਜਲ ਜ਼ਿਆਦਾ ਹੈ, ਪਾਣੀ ਜ਼ਿਆਦਾ ਹੈ ਧਰਤੀ ਤੇ। 80% ਜਲ ਹੀ ਜਲ ਪਾਣੀ ਹੈ ਤੇ ਧਰਤੀ 20% ਹੈ। ਉਹ ਹੁਕਮ ਵਿੱਚ ਹੈ। ਆਪੇ ਕਰੇ ਕਰਾਇਆ, ਸਭ ਉਹਦੇ ਹੁਕਮ ਵਿੱਚ ਵਰਤ ਰਿਹਾ ਹੈ ਕਿ ਧਰਤੀ ਵੀ ਖੜੀ ਹੈ, ਜਲ ਵੀ ਆਪਣੀ ਜਗ੍ਹਾ ਤੇ ਟਿਕਿਆ ਹੈ। ਆਪੇ ਹੁਕਮ ਵਰਤਦਾ ਪਿਆਰਾ, ਜਲ ਮਾਟੀ ਬੰਦ ਰਖਾਇਆ। ਉਹਦੇ ਹੁਕਮ ਦੇ ਅੰਦਰ ਸਤਿਗੁਰੂ ਮਹਾਰਾਜ ਕਹਿੰਦੇ ਜਲ ਵੀ ਖੜਾ ਹੈ ਧਰਤੀ ਤੇ ਮਿੱਟੀ ਉਹ ਵੀ, ਧਰਤੀ ਵੀ ਖੜੀ ਹੈ। ਦੋਨਾਂ ਨੂੰ ਪਰਮੇਸ਼ਵਰ ਨੇ ਆਪਣੇ ਹੁਕਮ ਵਿੱਚ ਬੰਦ ਕੇ ਰੱਖਿਆ ਹੈ। ਆਪੇ ਹੀ ਭਾਉ ਪਾਇੰਦਾ ਪਿਆਰਾ, ਬਨ ਬੱਕਰੀ ਸਿਉ ਹੰਡਾਇਆ। ਉਹਦੇ ਹੁਕਮ ਦੇ ਅੰਦਰ ਹੈ ਕਰਤਾਰ ਦੇ। ਉਹ ਚਾਵੇ ਤੇ ਬੱਕਰੀ ਔਰ ਸ਼ੇਰ ਇਕੱਠੇ ਰੱਖ ਸਕਦਾ। ਉਹਦੇ ਹੁਕਮ ਦੇ ਅੰਦਰ ਸ਼ੇਰ ਵੀ ਬੱਕਰੀ ਨੂੰ ਕੁਛ ਨਾ ਕਵੇ, ਇਕੱਠੇ ਥਾਂ ਰੱਖਦਾ ਹੈ। ਜਿਸ ਤਰ੍ਹਾਂ ਪੀਰ ਬੁੱਢਨ ਸ਼ਾਹ ਜੀ, ਕਿਸ ਤਰ੍ਹਾਂ ਦੇਖ ਲਓ, ਉਹਨਾਂ ਦਾ ਸ਼ੇਰ ਜਿਹੜਾ ਸੀ ਨਾ ਬੁੱਢਨ ਸ਼ਾਹ ਜੀ ਦਾ, ਉਹ ਬੱਕਰੀਆਂ ਨੂੰ ਘਾਹ ਚਰਾਉਣ ਲੈ ਕੇ ਜਾਂਦਾ ਸੀ ਰੋਜ਼ਾਨਾ। ਕੋ ਸਤਨਾਮ ਸ਼੍ਰੀ ਵਾਹਿਗੁਰੂ। ਰਖਵਾਲੀ ਕਰਦਾ ਸੀ। ਦੇਖ ਲਓ, ਸੁਭਾਅ ਵੱਖਰਾ ਹੈ।
ਸ਼ੇਰ ਬੱਕਰੀ ਨੂੰ ਛੱਡਦਾ ਨਹੀਂ, ਪਰ ਹੁਕਮ ਦੇ ਅੰਦਰ ਸੀਗਾ ਸ਼ੇਰ ਵੀ। ਉਹੀ ਚੀਜ਼ ਇੱਧਰ ਦੱਸੀ ਗਈ ਹੈ। ਆਪੇ ਕਾਸ਼ਟ ਆਪ ਹਰ ਪਿਆਰਾ, ਆਪੇ ਹੀ ਲੱਕੜੀ ਹੈ। ਦੇਖੋ ਲੱਕੜੀ ਵੀ ਉਹੀ ਹੈ, ਵਿੱਚ ਕਾਸ਼ਟ ਅਗਨ ਰਖਾਇਆ, ਤੇ ਲੱਕੜ ਦੇ ਅੰਦਰ ਜਿਹੜੀ ਅਗਨੀ ਹੈ ਉਹ ਵੀ ਪਰਮਾਤਮਾ ਨੇ ਰੱਖੀ ਹੋਈ ਹੈ। ਉਹਦੇ ਹੁਕਮ ਬਿਨਾ ਅਗਨ ਵੀ ਲੱਕੜੀ ਨੂੰ ਕੁਛ ਨਹੀਂ ਕਹਿ ਸਕਦੀ। ਆਪੇ ਹੀ ਆਪ ਵਰਤਦਾ ਪਿਆਰਾ, ਭੈ ਅਗਨ ਨਾ ਸਕੈ ਜਲਾਇਆ। ਕਿਉਂਕਿ ਉਹਦਾ ਵਰਤਾਰਾ ਹੈ। ਪਰਮਾਤਮਾ ਦੇ ਹੁਕਮ ਦੇ ਅੰਦਰ, ਭੈ ਦੇ ਅੰਦਰ ਅਗਨੀ ਵੀ ਡਰਦੀ ਹੈ। ਉਹ ਪੂਰੀ ਧਰਤੀ ਨੂੰ ਸਵਾ ਨਹੀਂ ਕਰ ਸਕਦੀ। ਉਹਦੇ ਭੈ ਦੇ ਅੰਦਰ, ਰੱਬ ਜੀ ਦੇ ਭੈ ਦੇ ਅੰਦਰ ਉਹ ਅਗਨੀ ਵੀ ਹੈ। ਉਹ ਲੱਕੜੀ ਨੂੰ ਜਲਾਂਦੀ ਨਹੀਂ। ਆਪੇ ਮਾਰ ਜੀਵਾਇੰਦਾ ਪਿਆਰਾ, ਆਪੇ ਹੀ ਮਾਰਦਾ ਹੈ ਤੇ ਜੀਵਾਂਦਾ ਵੀ ਹੈ। ਸਾਹ ਲੈਂਦੇ ਸਭ ਲਵਾਇਆ, ਜਿਹੜੇ ਵੀ ਸ਼ਾਹ, ਜਿਹੜੇ ਅਸੀਂ ਸਾਹ ਲੈ ਰਹੇ ਹਾਂ ਨਾ, ਆਪਣੀ ਉਮਰ ਭੋਗ ਰਹੇ ਹਾਂ, ਉਹਦੇ ਹੁਕਮ ਵਿੱਚ ਹੀ ਹੈ। ਆਪੇ ਤਾਣ ਦੀਵਾਨ ਹੈ ਪਿਆਰਾ, ਆਪੇ ਕਾਰੇ ਲਾਇਆ। ਉਹ ਸਭ ਦਾ ਪਰਮਾਤਮਾ ਤਾਨ ਤੇ ਦੀਵਾਨ ਹੈ, ਤੇ ਆਪੇ ਹੀ ਕਾਰੇ ਲਾਇਆ। ਸਭ ਨੂੰ ਕੰਮਕਾਰ ਵੀ ਉਹਨਾਂ ਨੇ ਲਾਇਆ ਹੈ ਪਰਮਾਤਮਾ ਨੇ। ਜਿਉਂ ਆਪ ਚਲਾਏ ਤਿਉਂ ਚਲੀਏ ਪਿਆਰੇ, ਜਿਉਂ ਹਰ ਪ੍ਰਭ ਮੇਰੇ ਭਾਇਆ। ਉਸੀ ਤਰ੍ਹਾਂ ਹੀ ਹੁਕਮ ਦੇ ਅੰਦਰ ਅਸੀਂ ਕਾਰ ਕਰਦੇ ਹਾਂ, ਜੋ ਸਤਿਗੁਰ ਚਾਹੁੰਦੇ ਹਨ, ਜੋ ਮੇਰੇ ਪ੍ਰਭੂ ਨੂੰ ਭਾਉਂਦਾ ਹੈ ਜੀ। ਆਪੇ ਜੰਤੀ ਜੰਤ ਹੈ ਪਿਆਰਾ, ਜਨ ਨਾਨਕ ਵਜੇ ਵਜਾਇਆ। ਆਪੇ ਹੀ ਵਾਜਾ ਹੈ। ਜਿਹੜਾ ਜੰਤ ਹੁੰਦਾ ਹੈ, ਜਿਹੜਾ ਵੱਜਣ ਵਾਲਾ ਵਾਜਾ ਹੈ, ਉਹ ਵੀ ਉਹਦੇ ਹੁਕਮ ਨਾਲ ਹੀ ਵੱਜ ਰਹੇ ਹੈ, ਔਰ ਆਪੇ ਹੀ ਵਜਾਇਆ। ਜਨ ਨਾਨਕ ਵਜੇ ਵਜਾਇਆ। ਨਾਨਕ ਸਾਹਿਬ ਚਾਹਨ ਤੇ ਉਹ ਵਾਜਾ ਵੱਜੇਗਾ ਜੀ। ਸਭ ਕੁਝ ਹੁਕਮ ਦੇ ਅੰਦਰ ਹੈ। ਭਾਵ ਇਸ ਹੁਕਮ ਨਾਮੇ ਅੰਦਰ ਇਹੀ ਸਤਿਗੁਰੂ ਉਪਦੇਸ਼ ਦਿੰਦੇ ਹਨ ਕਿ ਸਭ ਕੁਝ ਆਪ ਜੀ ਆਪਾ ਗਵਾ ਕੇ ਕਰਿਆ ਕਰੋ। ਉਹਦੇ ਹੁਕਮ ਬਿਨਾ ਕੁਛ ਨਹੀਂ ਹੋ ਸਕਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆਓ ਕੁਛ ਕੁ ਸਮਾਂ ਜੋ ਰਹਿੰਦਾ ਸਮਾਂ ਹੈ, ਹਰੀ ਕਥਾ ਦੇ ਨਾਲ ਜੁੜਨਾ ਕਰੀਏ, ਕਿਉਂਕਿ ਅੱਜ ਨਾਮ ਦੀ ਹੀ ਵਡਿਆਈ ਹੋ ਰਹੀ ਹੈ। ਸ਼ਬਦ ਦੇ ਅੰਦਰ ਨਾਮ ਅਮੋਲਕ ਦਾਤ ਹੈ ਜੀ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜਿਉ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜਿਉ। ਉਸ ਪ੍ਰਭੂ ਪਰਮੇਸ਼ਰ ਅੱਗੇ ਅਰਦਾਸ ਹੈ ਕਿ ਸਾਨੂੰ, ਅਸੀਂ ਆਪ ਜੀ ਦੇ ਭਿਖਾਰੀ ਸਮਾਨ ਹਾਂ, ਤੇ ਤੁਹਾਡੇ ਅੱਗੇ ਸਿਰਫ ਅਰਜ਼ੋਈ ਕਰ ਸਕਦੇ ਹਾਂ ਕਿ ਨਾਮ ਦਿਓ, ਸਾਨੂੰ ਨਾਮ ਦੀ ਦਾਤ ਦਿਓ। ਕਬੀਰ ਜੀ ਬੜਾ ਸੋਹਣਾ ਸ਼ਬਦ ਪੜ੍ਹਦੇ ਹਨ। ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਅਸਾਰ। ਰਾਤ ਦਿਵਸ ਕੇ ਕੂਕਨੇ, ਕਬੂ ਕੇ ਸੁਣੇ ਪੁਕਾਰ। ਕਬੀਰ ਸਾਹਿਬ ਕਹਿੰਦੇ ਹਨ, ਕੇਸੋ ਕੇਸੋ ਕੂਕੀਏ, ਸਾਨੂੰ ਕੂਕਣਾ ਵੀ ਨਹੀਂ ਆਉਂਦਾ। ਅਸੀਂ ਤਾਂ ਰਾਤ ਦਿਵਸ ਇੱਕੋ ਹੀ ਪੁਕਾਰ ਕਰਦੇ ਹਾਂ ਕਿ ਮਹਾਰਾਜ ਸਾਡੀ ਸੁਣੋ, ਸਾਨੂੰ ਆਪਣਾ ਨਾਮ ਦਿਓ, ਤੇ ਤੁਸੀਂ ਕਦੀ ਨਾ ਕਦੀ ਤੇ ਸਾਡੀ ਪੁਕਾਰ ਸੁਣੋਗੇ। ਰੋਜ਼ਾਨਾ ਪੁਕਾਰਾਂ ਕਰਾਂਗੇ, ਕਦੀ ਤਾਂ ਲੱਗੇਗੀ ਅਰਦਾਸ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਕਬੀਰ ਦਾਸ ਕਹਿੰਦੇ ਹਨ ਕਿ ਮੇਰਾ
मुझ में किछ नहीं, मेरा अपना ते आपा कोई है ही नहीं ना। जो भी हो रहा है सब तेरा वरतावा हो रहा है, ते तेरा तुझको सौंपते क्या लागे मेरा। जे मैं भगती कर भी लवां ते आप जी नूं अर्पण भगती करदा तां भी मेरा कुछ नहीं है, क्योंकि वो तेरा ही सी, तेरा तैनूं वापस सौंपता सी। क्या लागे मेरा, मेरा ਇਹਦੇ 'ਚ ਕੀ ਲੱਗਿਆ है, कुछ भी नहीं लग्या, कोई खर्चा नहीं मेरा। कबीर जी कहते कबीरा तू तू करता तू हुआ, मुझ में रहा ना हूँ। जब आपा पर का मिट गया, जत देखो तत तू। कबीर दास कहते हैं तू तू करता तू हुआ, ਤੁਹਾਨੂੰ ਤੂੰ ਤੂੰ ਕਰਦੇ ਇੱਕ ਦਿਨ ਸਭ ਕੁਝ ਤੂੰ ਹੀ ਹੋ ਗਿਆ, ਤੂੰ ਹੀ ਨਿਰੰਕਾਰ। ਮੁਝ ਮੇ ਰਹਾ ਨਾ ਹੂੰ, ਮੇਰੇ ਅੰਦਰ ਜਿਹੜੀ ਹਉਮੈ ਸੀ, ਮੇਰਾ ਆਪਾ ਮਿਟ ਗਿਆ ਹੈ। जब आपा पर का मिट गया, जब मेरा अपना ही मिट गया, जत देखो तत तू। ਹੁਣ ਤੇ ਤੂੰ ਹੀ ਨਜ਼ਰ ਆ ਰਿਹਾ ਹੈ। ਹੁਣ ਤੇ ਸੰਸਾਰ ਵਿੱਚ ਤੇਰਾ ਹੀ ਰੂਪ ਨਜ਼ਰ ਆ ਰਿਹਾ ਹੈ। ਮਹਾਰਾਜ ਇਹ ਅਵਸਥਾ ਤੇ ਸਾਨੂੰ ਪਹੁੰਚਾ ਦਿਓ, ਜਿਸ ਅਵਸਥਾ ਤੇ ਗੁਰੂ ਕੇ ਸਿੱਖ ਰਹਿੰਦੇ ਸਨ, ਪੁਰਾਤਨ ਸਿੱਖ ਜੋ ਸੇਵਾ ਕਰਦੇ ਸਨ ਤੇ ਆਪਾ ਭਾਉ ਮਿਟਾ ਕੇ ਗੱਲ ਕਰਦੇ ਸਨ। ਕਬੀਰ ਜੀ ਵੀ ਉਸੀ ਅਵਸਥਾ ਦੇ ਮਾਲਕ ਹਨ। ਤਾਂ ਹੀ ਇੰਨੀ ਉੱਤਮ ਬਾਣੀ, ਇੰਨੀ ਉੱਤਮ ਜੋ ਉਹਨਾਂ ਨੇ ਉਪਦੇਸ਼ ਦਿੱਤੇ ਹਨ ਗੁਰਬਾਣੀ ਵਿੱਚ, ਜੋ ਸਭ ਤੋਂ ਕਹਿੰਦੇ ਹਨ ਉੱਚੀ ਅਵਸਥਾ ਦੀ ਗੱਲਾਂ ਹਨ। ਕਈ ਇਸ ਅਵਸਥਾ ਤੱਕ ਨਹੀਂ ਪਹੁੰਚ ਪਾਣਗੇ, ਨਾ ਅਜੇ ਤੱਕ ਪਹੁੰਚੇ ਹਨ, ਕਿਉਂਕਿ ਅਸਾਂ ਸਾਰੇ ਸਮਝਦੇ ਹਾਂ ਕਿ ਇਹ ਕੰਮ ਮੈਂ ਕੀਤਾ ਹੈ। ਦਰਅਸਲ ਉਹ ਕੀਤਾ ਕਿ ਪਰਮਾਤਮਾ ਨੇ ਹੁੰਦਾ ਹੈ। ਅਸੀਂ ਤਾਂ ਜਰੀਆ ਹਾਂ, ਜਰੀਏ ਦੇ ਜਰੀਏ ਪਰਮਾਤਮਾ ਕਿਸੇ ਮੂਰਖ ਉੱਪਰ ਵੀ ਕੋਈ ਕੰਮ ਕਰਾ ਦੇ। ਸ਼੍ਰੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਅੱਜ ਅੰਬਾਲੇ ਦੀ ਧਰਤੀ ਪੰਜੋਖੜਾ ਸਾਹਿਬ, ਜਿੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਛੋਟੀ ਉਮਰ ਹੈ, ਬਾਲ ਅਵਸਥਾ ਹੈ, ਦਿੱਲੀ ਵੱਲ ਨੂੰ ਜਾ ਰਹੇ ਹਨ। ਉੱਥੇ ਇੱਕ ਪੰਡਤ, ਹੰਕਾਰੀ ਪੰਡਤ ਕਹਿ ਸਕਦੇ ਹਾਂ, ਜੋ ਵੇਦ ਸ਼ਾਸਤਰ ਦਾ ਗਿਆਤਾ ਸੀ ਪੂਰਾ, ਉਹਨੂੰ ਸੰਸਕ੍ਰਿਤ ਦੇ ਸ਼ਲੋਕ ਆਉਂਦੇ ਸੀ। ਸੰਸਕ੍ਰਿਤ ਸਭ ਤੋਂ ਮੁਸ਼ਕਿਲ ਹੈ, ਔਖੀ, ਮਹਿੰਗੀ ਬਾਣੀ। ਉਹਦਾ ਵੀ ਉਪਦੇਸ਼ ਉਹ ਪੰਡਿਤ ਨੂੰ ਸਾਰਾ ਗਿਆਨ ਸੀ। ਕਿੱਥੋਂ ਵੀ ਗੀਤਾ ਦੇ ਸ਼ਲੋਕ ਉਹ ਪੜ੍ਹ ਕੇ ਉਹਦੀ ਕਥਾ ਕਰ ਸਕਦਾ ਸੀ। ਹੁਣ ਉਹਨੇ ਮਨ ਵਿੱਚ ਆਇਆ ਕਿ ਮੈਂ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਾਂ। ਉਹ ਗੁਰੂ ਨਾਨਕ ਦੇਵ ਜੀ ਦੇ ਵਾਰਿਸ ਹਨ। ਬੜਾ ਨਾਂ ਸੁਣਿਆ ਹੈ, ਛੋਟੀ ਉਮਰ ਹੈ, ਬੜਾ ਹੀ ਸੁੰਦਰ ਮੁਖੜਾ ਹੈ। ਨਾਲੇ ਮੈਂ ਜਾਣਨਾ ਚਾਹੁੰਦਾ ਕਿ ਇੰਨੀ ਛੋਟੀ ਉਮਰ ਦੇ ਅੰਦਰ ਗੁਰੂ ਗੱਦੀ ਕਿੰਝ ਮਿਲ ਗਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸ਼ੰਕਾ, ਇਹਨੂੰ ਕਹਿੰਦੇ ਗੁਰੂ ਉੱਪਰ ਸ਼ੰਕਾ। ਉਮਰ ਜਾਣ ਕੇ ਗੁਰੂ ਦੀ ਸਮਰਥਿਆ ਤੇ ਸ਼ੰਕਾ ਕਰਨਾ, ਇਹਨੂੰ ਕਹਿੰਦੇ ਹਨ। ਆਪਣੇ ਆਪ ਨੂੰ ਸਿਆਣਾ ਮੰਨ ਲੈਣਾ ਕਿ ਮੈਂ ਵੱਡਾ ਹਾਂ, ਬਜ਼ੁਰਗ ਹਾਂ, ਤੇ ਇਹ ਬੱਚਾ ਹੈ। ਇਹ ਗੱਲ ਆਈ ਦੇਖੋ ਉਸ ਪੰਡਿਤ ਦੇ ਹਿਰਦੇ ਵਿੱਚ। ਹੁਣ ਕੀ ਹੋਇਆ ਹੈ? ਹੁਣ ਉਹ ਪੰਡਿਤ ਆ ਗਿਆ ਦਰਬਾਰ ਵਿੱਚ, ਸੰਗਤ ਬੈਠੀ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਛਟੀ ਲੈ ਕੇ ਬੈਠੇ ਦਰਬਾਰ ਵਿੱਚ। ਆ ਕੇ ਸਾਹਮਣੇ ਖੜ ਗਿਆ ਹੈ ਪੰਡਿਤ, ਹੱਥ ਵਿੱਚ ਉਹਦੇ ਗੀਤਾ ਹੈ, ਗੀਤਾ ਨੂੰ ਨਾਲ ਲੈ ਆਇਆ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਬੇਨਤੀ ਕਰਦਾ ਹੈ, ਮਹਾਰਾਜ
ਆਪ ਜੀ 8ਵੇਂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਿਸ ਹੋ। ਮੈਂ ਆਪ ਜੀ ਕੋਲ ਇੱਕ ਪ੍ਰਸ਼ਨ ਲੈ ਕੇ ਆਇਆ ਹਾਂ। ਹਰਕ੍ਰਿਸ਼ਨ ਸਾਹਿਬ ਬੋਲੇ, ਪੰਡਿਤ ਜੀ ਹੁਕਮ ਕਰੋ। ਬੜੀ ਨਿਮਰਤਾ ਨਾਲ ਬੋਲਦੇ ਸਨ ਗੁਰੂ ਜੀ। ਕਹਿੰਦੇ ਪੰਡਿਤ ਜੀ ਬੋਲੇ ਕਿ ਮੈਂ ਗੀਤਾ ਦੇ ਸ਼ਲੋਕਾਂ ਦਾ ਅਰਥ ਆਪ ਜੀ ਦੇ ਮੁਖ ਤੋਂ ਜਾਣਨਾ ਚਾਹੁੰਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ, ਪੰਡਿਤ ਜੀ ਆਪ ਜੀ ਮਨ ਵਿੱਚ ਜੋ ਵੀ ਪ੍ਰਸ਼ਨ ਜਾਂ ਸ਼ੰਕਾ ਲੈ ਕੇ ਆਏ ਹੋ, ਆਪ ਜੀ ਦੀ ਨਿਵਰਤੀ ਜ਼ਰੂਰ ਕਰਾਂਗੇ। ਪਰ ਜੇ ਮੈਂ ਗੀਤਾ ਦੇ ਸ਼ਲੋਕ ਦੇ ਅਰਥ ਕਰਤੇ ਤੇ ਫਿਰ ਵੀ ਤੁਸੀਂ ਸ਼ੰਕਾ ਹੀ ਚ ਹੀ ਰਹੋਗੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਾਰਨ ਕਿਉਂਕਿ ਤੁਸੀਂ ਕਹੋਗੇ ਇਹਨਾਂ ਕੋਲ ਸ਼ਕਤੀ ਹੈ, ਗੁਰੂ ਗੱਦੀ ਸੀ, ਇਸ ਕਰਕੇ ਇਹਨਾਂ ਨੇ ਉਚਾਰਨ ਕੀਤਾ ਹੈ। ਜੇ ਮੈਂ ਤੁਹਾਨੂੰ ਕਹਾਂ ਤੁਸੀਂ ਕੋਈ ਵੀ ਮਨੁੱਖ ਫੜ ਲਿਆਓ, ਕੋਈ, ਮੈਂ ਉਹਦੇ ਕੋਲੋਂ ਆਪ ਜੀ ਦੀ ਗੀਤਾ ਦੇ ਸ਼ਲੋਕਾਂ ਦਾ ਉਚਾਰਨ ਸ਼ੁੱਧ ਬਾਣੀ ਕਰਾ ਦਾਂਗਾ ਤੇ ਤਾਂ ਤੁਹਾਨੂੰ ਵਿਸ਼ਵਾਸ ਆ ਜਾਏਗਾ। ਹੁਣ ਪੰਡਿਤ ਬਹੁਤ ਖੁਸ਼ ਹੋਇਆ, ਕਹਿੰਦੇ ਕੰਮ ਬਣ ਗਿਆ, ਇਹ ਤਾਂ ਬਹੁਤ ਵਧੀਆ ਕੰਮ ਹੋ ਗਿਆ। ਹੁਣ ਤਾਂ ਮੇਰੀ ਮਰਜ਼ੀ, ਮੈਂ ਜਿਹਨੂੰ ਮਰਜ਼ੀ ਲੈ ਕੇ ਆਵਾਂ ਤੇ ਮੈਂ ਜਾਣਾ ਤੇ ਹੁਣ ਮੇਰੀ ਗੱਲ ਜਾਣੇ। ਹੁਣ ਉਹਨੇ ਚਲਾਕੀ ਚੱਲੀ, ਚਤੁਰਾਈ ਤੇ ਇਨਸਾਨ ਕੋਲ ਬਹੁਤ ਹੈ, ਦਿਮਾਗੀ ਬਹੁਤ ਹੈ ਇਨਸਾਨ। ਗੁਰੂ ਅੱਗੇ ਚਤੁਰਾਈਆਂ ਨਹੀਂ ਚਲਦੀਆਂ, ਚਲਾਕੀਆਂ ਨਹੀਂ ਚਲਦੀਆਂ ਜੀ। ਗੁਰ ਕੀ ਮਤ ਤੂੰ ਲੈ ਇਆਣੇ, ਭਗਤ ਬਿਨਾ ਉਹ ਡੂਬੇ ਸਿਆਣੇ। ਇੱਥੇ ਉਹੀ ਗੱਲ ਵਰਤ ਗਈ। ਪੰਡਿਤ ਨੇ ਚਲਾਕੀ ਕਰਕੇ ਇੱਕ ਗੂੰਗਾ ਤੇ ਬਹਿਰਾ ਝੱਜੂ ਛੀਵਰ, ਇਤਿਹਾਸ ਅੰਦਰ ਨਾਮ ਆਇਆ ਹੈ ਉਹਦਾ, ਮੂਰਖ ਬੰਦਾ, ਮੁਖ ਤੋਂ ਗੂੰਗਾ ਸੀ, ਬਹਿਰਾ ਸੀ, ਉਹਨੂੰ ਫੜ ਲਿਆ। ਛੱਜੂ ਚੀਵਰ ਆਪਣਾ ਬੈਠਾ ਹੈ ਨਗਰ ਵਿੱਚ ਕਿੱਥੇ ਕੋਨੇ ਤੇ, ਉਹਨੂੰ ਫੜ ਕੇ ਉਹ ਪੰਡਿਤ ਫਟਾਫਟ ਦਰਬਾਰ ਵਿੱਚ ਲੈ ਕੇ ਆਇਆ ਤੇ ਗੁਰੂ ਜੀ ਦੇ ਸਾਹਮਣੇ ਬਿਠਾਇਆ ਹੈ। ਗੁਰੂ ਜੀ ਕਹਿੰਦੇ ਇਹਨਾਂ ਨੂੰ ਬੜੇ ਸਤਿਕਾਰ ਨਾਲ ਉੱਚੀ ਜਗ੍ਹਾ ਤੇ ਬਿਠਾਓ, ਇਹਨਾਂ ਵਾਸਤੇ ਆਸਨ ਲਾਇਆ ਜਾਏ, ਗੀਤਾ ਦਾ ਵੀ ਆਸਨ ਲਾਓ। ਦੇਖੋ ਸ਼ਰਧਾ ਇਹਨੂੰ ਕਹਿੰਦੇ ਆ। ਚੱਦਰ ਵਿਛਾਈ ਕੀਤੀ ਜਾਵੇ, ਦੋਨਾਂ ਨੂੰ ਬਿਠਾਤਾ, ਪੰਡਿਤ ਜੀ ਨੂੰ ਵੀ ਛੱਜੂ ਚੀਵਨ ਨੂੰ। ਸਤਿਗੁਰ ਕਹਿੰਦੇ ਪੰਡਿਤ ਜੀ ਹੁਣ ਤੁਸੀਂ ਆਪਣਾ ਪ੍ਰਸ਼ਨ ਕਰੋ। ਜਦੋਂ ਪੰਡਿਤ ਨੇ ਗੀਤਾ ਦੇ ਸ਼ਲੋਕ ਉਚਾਰੇ ਤੇ ਸਭ ਤੋਂ ਔਖਾ ਸ਼ਲੋਕ ਜਿਹੜਾ ਗੀਤਾ ਦਾ ਸੀ ਉਹ ਕੱਢ ਲਿਆ, ਜਿਹਦਾ ਖੁਦ ਵੀ ਪੂਰਾ ਅਧਿਐਨ ਨਹੀਂ ਸੀ, ਅਰਥ ਨਹੀਂ ਜਾਣਦਾ ਸੀ ਅਜੇ ਪੰਡਿਤ, ਤਾਂ ਵੀ ਉਹਨੇ ਉਹ ਕੱਢਤਾ। ਜਦੋਂ ਕੱਢਿਆ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਛੱਜੂ ਚੀਵਰ ਦੇ ਉੱਪਰ ਮਾਤਰ ਆਪਣੇ ਕੋਲ ਜਿਹੜੀ ਛਟੀ ਪਈ ਸੀ ਨਾ ਛੋਟੀ ਜੀ, ਉਹ ਛਟੀ ਰੱਖਤੀ ਸਿਰ ਤੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਬੋਲਦੇ ਹਨ, ਉਹ ਅਰਥ ਬੋਲਦੇ ਹੈ ਛੱਜੂ ਚੀਵਰ। ਪੰਡਿਤ ਆਪਣੀ ਦੋਨੋਂ ਉਂਗਲਾਂ ਮੂੰਹ ਵਿੱਚ ਰੱਖਦਾ ਹੈ। ਇਹ ਕੀ ਹੋ ਰਿਹਾ ਹੈ? ਇੰਨੇ ਸੋਹਣੇ ਅਰਥ ਸੰਸਕ੍ਰਿਤੀ ਸ਼ਲੋਕਾਂ ਦੇ ਅਰਥ ਹੋ ਰਹੇ ਹਨ, ਉਹ ਵੀ ਇੱਕ ਮੂਰਖ ਗੂੰਗੇ ਕੋਲੋਂ। ਇਹਦੀ ਜ਼ੁਬਾਨ ਕਿੱਥੋਂ ਆ ਗਈ? ਇਹ ਸੁਣਨ ਕਿੱਧਰ ਲੱਗ ਪਿਆ? ਤਾਂ ਹੀ ਤੇ ਕਹਿੰਦੇ ਹਨ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁੱਖ ਜਾਏ। ਉਹ ਤਾਂ ਸਭ ਕੁਝ ਕਰ ਸਕਦੇ ਹਨ, ਉਹ ਤਾਂ ਜੀਂਦੇ ਨੂੰ ਮੁਰਦੇ ਨੂੰ ਜਿੰਦਾ ਕਰ ਦੇਣ। ਇਹ ਤਾਂ ਫਿਰ ਵੀ ਗੂੰਗਾ ਸੀ। ਹੈਰਾਨ ਪੰਡਿਤ ਹੋਰ ਬੋਲੇ ਗੀਤਾ ਦੇ ਸ਼ਲੋਕ ਸਾਰੇ, ਉਹਨੇ ਕਾਫੀ ਸਮਾਂ ਲਗਾਇਆ ਪਰ ਹਰ ਸ਼ਲੋਕ ਦਾ ਉਚਾਰਨ ਸ਼ੁੱਧ ਅਰਥ ਕਰਤਾ ਉਸ ਮੂਰਖ ਛੱਜੂ ਚੀਵਨ ਨੇ। ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਢਹਿ ਪਿਆ ਪੰਡਿਤ। ਕਹਿੰਦੇ ਮੇਰੀ ਗਲਤੀ ਹੈ, ਮੈਂ ਮੂਰਖ ਸੀ। ਇਹ ਛੱਜੂ ਚੀਵਨ ਮੂਰਖ ਨਹੀਂ, ਮੈਂ ਮੂਰਖ ਸੀ।
ਜੋ ਮੈਂ ਆਪ ਜੀ ਤੇ ਸ਼ੰਕਾ ਕਰ ਬੈਠਾ। ਤੁਸੀਂ ਗੁਰੂ ਨਾਨਕ ਸਾਹਿਬ ਜੀ ਦੀ 8ਵੀਂ ਜੋਤ ਹੋ, ਇਹਦੇ ਅੰਦਰ ਕੋਈ ਸ਼ੰਕਾ ਜਾਂ ਡਾਊਟ ਨਹੀਂ ਰਿਹਾ। ਔਰ ਖੁਸ਼ ਹੋ ਗਿਆ ਪੰਡਿਤ ਬਹੁਤ ਖੁਸ਼ ਹੈ ਕਿ ਮੈਨੂੰ ਪੂਰੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋ ਗਏ। ਔਰ ਹਰਕ੍ਰਿਸ਼ਨ ਸਾਹਿਬ ਜੀ ਨੇ ਕਿਰਪਾ ਕਰਕੇ ਮਾਫੀ ਵੀ ਦੇਤੀ ਪੰਡਿਤ ਨੂੰ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਪਦੇਸ਼ ਦੇਣਾ ਸੀ ਨਾ ਦੁਨੀਆ ਨੂੰ, ਇਸ ਹਉਮੈ ਹੰਕਾਰ ਤੋਂ ਕੱਢਣਾ ਸੀ। ਪੜਿਆ ਮੂਰਖ ਆਖੀਏ ਜਿਸ ਲਭ ਲੋਭ ਹੰਕਾਰ। ਬਹੁਤਾ ਪੜਿਆ ਵੀ ਕਈ ਵਾਰੀ ਮੂਰਖ ਆਖਿਆ ਹੈ, ਕਿਉਂਕਿ ਉਹ ਹੰਕਾਰ ਕਰ ਗਿਆ। ਆਪਣੀ ਵਿਦਵਾਨਤਾ ਦਾ, ਆਪਣੇ ਗੁਣਾਂ ਦਾ ਹੰਕਾਰ ਕਰਨਾ, ਇਹ ਵੀ ਕਈ ਵਾਰੀ ਮੂਰਖਤਾ ਹੁੰਦੀ ਹੈ। ਮੂਰਖਤਾ ਇੱਥੇ ਪੰਡਿਤ ਨੇ ਇਹੀ ਕੀਤਾ। ਸਭ ਕੁਝ ਜਾਣਦਾ ਸੀ ਪਰ ਹਾਰ ਗਿਆ ਉਸ ਛੱਜੂ ਚੀਵਰ ਤੋਂ। ਕਿਉਂ? ਕਿਉਂਕਿ ਹੰਕਾਰ ਸੀ। ਰਾਵਣ ਵੀ ਮਰਿਆ ਹੰਕਾਰ ਤੋਂ ਹੀ ਮਰਿਆ ਨੇ। ਬੜਾ ਗਿਆਨੀ ਸੀ ਨੇ, ਹੰਕਾਰ ਬੜਾ ਹੀ ਵਿਦਵਾਨ ਸੀ। ਕਹਿੰਦੇ ਰਾਵਣ ਬਹੁਤ ਤਗੜਾ ਵਿਦਵਾਨ ਸੀ ਪਰ ਮੂਰਖ ਨਿਕਲਿਆ ਹੈ। ਮੂਰਖ ਰਾਵਣ ਕਿਆ ਲੈ ਗਿਆ, ਗੁਰਬਾਣੀ ਵਿੱਚ ਲਿਖਿਆ। ਅਸੀਂ ਵੀ ਚੇਸ਼ਟਾ ਕਰੀਏ ਮਹਾਰਾਜ, ਅਸੀਂ ਆਪਣੇ ਕੀਤੇ ਤੇ ਕੁਝ ਨਹੀਂ ਕਰ ਸਕਦੇ। ਇਹ ਕਥਾ ਵੀ ਤੁਸੀਂ ਕਰਾ ਰਹੇ ਹੋ, ਇਹ ਬਾਣੀ ਵੀ ਤੁਸੀਂ ਪੜ੍ਹਾ ਰਹੇ ਹੋ, ਸਾਨੂੰ ਅੰਮ੍ਰਿਤਧਾਰੀ ਗੁਰਸਿੱਖ ਵੀ ਤੁਸੀਂ ਹੀ ਬਣਾਇਆ ਹੈ। ਜੇ ਤੁਸੀਂ ਚਾਹੋ ਤੇ ਨਿਗਰੋ ਵੀ ਰੱਖ ਸਕਦੇ ਹੋ। ਜੇ ਤੇਰੀ ਮਿਹਰ ਨਾ ਹੋਵੇ ਤੇ ਕੁਝ ਨਹੀਂ ਹੋ ਸਕਦਾ ਧਰਤੀ। ਸਾਡੇ ਕੀਤੇ ਦਾ ਕੋਈ ਨਹੀਂ ਹੋਣਾ। ਹਾਂ, ਜੇ ਤੇਰੀ ਨਜ਼ਰ ਆ ਗਈ ਤੇ ਫਿਰ ਕਿਰਪਾ ਹੀ ਕਿਰਪਾ ਹੈ। ਫਿਰ ਤੇਰੀ ਬਖਸ਼ਿਸ਼ ਆ ਗਈ, ਫਿਰ ਤਾਂ ਤੂੰ ਸਭ ਕੁਝ ਕਰਾ ਸਕਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਿਹਰ ਕਰੋ। ਇਹੀ ਅਰਦਾਸ ਕਰਦੇ ਆ ਮਹਾਰਾਜ ਜੀਓ। ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਇਸ ਅਵਸਥਾ ਤੇ ਲਿਆ ਦੋ ਮਹਾਰਾਜ। ਸਾਡੇ ਉੱਪਰ ਮਿਹਰ ਕਰੋ। ਜਿੰਨੇ ਸਵਾਸ ਬੱਚੇ ਹਨ ਉਨੀ ਸਾਨੂੰ ਸੋਝੀ ਬਖਸ਼ੋ। ਆਪਣੀ ਚਰਨੀ ਲਾ ਲਓ ਤੇ ਹੋਰਨਾਂ ਨੂੰ ਵੀ ਜੋੜੋ। ਹਰ ਟੁੱਟੇ ਹੋਏ ਗੁਰਸਿੱਖ ਨੂੰ ਜੋੜੋ। ਕੋਈ ਗੁਰੂ ਘਰ ਤੋਂ ਟੁੱਟੇ ਨਾ। ਹਰ ਕੋਈ ਆਪ ਜੀ ਦਾ ਬਣ ਜਾਵੇ। ਹਰ ਕੋਈ ਆਪ ਜੀ ਦਾ ਪਿਆਰਾ ਬਣ ਜਾਵੇ ਮਹਾਰਾਜ। ਜਿਹਨੂੰ ਬਾਣੀ ਨਹੀਂ ਪੜ੍ਹਨੀ ਆਂਦੀ ਉਹ ਬਾਣੀ ਪੜ੍ਹਨਾ ਸ਼ੁਰੂ ਕਰ ਦੇ। ਜਿਹਨੂੰ ਅੰਮ੍ਰਿਤ ਵੇਲੇ ਜਾਗਣਾ ਨਹੀਂ ਆਂਦਾ ਉਹ ਜਾਗਣਾ ਸ਼ੁਰੂ ਕਰ ਦੇ। ਜਿਹੜੇ ਗੁਰੂ ਵਾਲੇ ਨਹੀਂ ਬਣੇ ਅਜੇ ਤੱਕ ਉਹ ਗੁਰੂ ਵਾਲੇ ਬਣ ਜਾਣ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਚੇਸ਼ਟਾ ਉਪਰਾਲਾ ਕਰਦੇ ਹਾਂ ਅਸੀਂ ਕਿ ਕਰਨਾ ਕਰਾਣਾ ਤੇ ਉਹਨਾਂ ਗੁਰੂ ਨਹੀਂ ਹੈ, ਉਹਦੇ ਬਿਨਾਂ ਨਹੀਂ। ਉਹਨਾਂ ਦੀ ਸ਼ਕਤੀ ਵਰਤੇਗੀ ਤਾਂ ਹੋਏਗਾ ਇਹ ਕੰਮ। ਤੇ ਅਸੀਂ ਤਾਂ ਅਰਦਾਸ ਜੋਗੇ ਹਾਂ, ਬੇਨਤੀਆਂ ਜੋਗੇ ਹਾਂ। ਸੰਗਤ ਨੂੰ ਆਓ ਸਿਮਰਨ ਕਰਕੇ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹ ਵਾਹ, ਸਾਰੇ ਬੋਲੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਵਾਹ ਵਾਹ। ਧੰਨ ਗੁਰੂ ਕਲਗੀਆਂ ਵਾਲੇ ਜੀ, ਧੰਨ ਗੁਰੂ ਕਲਗੀਆਂ ਵਾਲੇ ਜੀ। ਧੰਨ ਗੁਰੂ ਬਾਜਾਂ ਵਾਲੇ ਜੀ, ਧੰਨ ਗੁਰੂ ਬਾਜਾਂ ਵਾਲੇ ਜੀ। ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।